ਇੱਕ ਤਾਂ ਪਹਿਲਾਂ ਇਹ ਕਿ ਜਦੋਂ ਸਾਨੂੰ ਲੱਗਣ ਲੱਗ ਜਾਂਦਾ ਹੈ ਕਿ ਸਾਡੇ ਤੋਂ ਬਿਨਾ ਸਾਡੇ ਘਰ ਪਰਿਵਾਰ ਦਾ ਗੁਜ਼ਾਰਾ ਨਹੀਂ। ਬਿਲਕੁਲ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਅਸੀਂ ਕਿਸੇ ਲਈ ਬਹੁਤ ਜ਼ਰੂਰੀ ਆ ਤੇ ਕਈ ਵਾਰੀ ਸਾਨੂੰ ਲੱਗਦਾ ਕਿ ਕੋਈ ਸਾਡੇ ਲਈ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਜਿਹੜੀਆਂ ਸਵਾਣੀਆਂ ਉਹ ਕਹਿੰਦੀਆਂ ਹੁੰਦੀਆਂ ਸੀ ਕਿ ਅਸੀਂ ਅੱਜ ਰਹਿ ਨਹੀਂ ਸਕਦੇ, ਹਾਂ ਮੱਝ ਹੱਥ ਤੇ ਹੋਈ ਆ। ਉਹ ਕੁੜੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਮੇਰੇ ਤੋਂ ਬਿਨਾ ਮੇਰੇ ਘਰਦਿਆਂ ਦਾ ਸਰਨਾ ਨਹੀਂ। ਸੋ ਅੱਜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਮੰਨਫੀ ਹੋ ਰਹੀ ਹੈ ਕਿ ਆਪਾਂ ਕਹੀਏ ਕਿ ਜੇ ਮੈਂ ਇੱਕ ਦਿਨ ਇਹ ਕੰਮ ਨਹੀਂ ਕਰਦੀ ਜਾਂ 2 ਦਿਨ ਇਹ ਕੰਮ ਨਹੀਂ ਕਰਦੀ ਜਾਂ ਨਹੀਂ ਕਰ ਸਕਦਾ ਤੇ ਇਹ ਨਹੀਂ ਹੈ ਕਿ ਉਹ ਕੰਮ ਖੜ ਹੀ ਜਾਣਾ ਆ। ਜੇਕਰ ਉਹ ਸਮਾਂ ਰਹਿੰਦੇ ਇਸ ਚੀਜ਼ ਨੂੰ ਪਛਾਣਦੀ ਕਿ ਮੇਰੇ ਜਾਣ ਤੋਂ ਬਾਅਦ ਵੀ ਤਾਂ ਜ਼ਿੰਦਗੀ ਇਹਨਾਂ ਦੀ ਚੱਲਣੀ ਆ, ਸ਼ਾਇਦ ਉਹ ਆਪਣੀ ਲਾਈਫ ਦੇ ਵਿੱਚ ਥੋੜਾ ਬਹੁਤਾ ਇੰਜੋਏ ਕਰ ਸਕਦੀ। ਕਈ ਵਾਰੀ ਇੱਕ ਔਰਤ ਆਪਣੇ ਆਪ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਵੀ ਲੈ ਲੈਂਦੀ, ਕੰਪਰੋਮਾਈਜ਼ ਕਰ ਸਕਦੇ ਆ ਕਿ ਅਸੀਂ ਆਪਣੇ ਆਪ ਨੂੰ ਖੁਸ਼ੀ ਦੇ ਸਕੀਏ ਤੇ ਮੈਂ ਉਹ ਤਿੰਨੋਂ ਗੁਲਾਬ ਜਾਮਣ ਇੱਕੋ ਟਾਈਮ ਤੇ ਖਾ ਲੇ। ਨਾਨਾ ਨੂੰ ਬੁਰਾ ਲੱਗਦਾ ਹੈ ਕਿ ਸਾਡਾ ਮੁੰਡਾ ਇਹਦੇ ਨਾਲ ਕੰਮ ਕਿਉਂ ਕਰ ਰਿਹਾ ਰਸੋਈ ਪਰ ਉਹ ਕੁਰਸੀ ਤੇ ਬਹਿਣਾ ਦਿਖਦਾ ਆ ਪਰ ਪਿੱਛੇ ਜਿਹੜਾ ਉਹ ਮੈਂਟਲ ਸਟ੍ਰੈਸ ਆ ਉਹ ਨਜ਼ਰ ਨਹੀਂ ਆਉਂਦਾ ਹੈਗਾ। ਜਿਹੜੀਆਂ ਮਨ ਦੇ ਵਿੱਚ ਨੇ ਇਹ ਗੰਢਾਂ ਬਣ ਕੇ ਤੇ ਫਿਰ ਰੋਗ ਬਣਦੀਆਂ ਨੇ ਅੰਦਰ। ਬਿਲਕੁਲ ਕਹਾਣੀ ਇਹੀ ਹੈ ਕਿ ਆਪਣੇ ਆਪ ਨੂੰ ਸਮਾਂ ਨਾ ਦੇਣਾ। ਪਾਉਂਦੇ ਹੁੰਦੇ ਸੀ ਕਿ ਸੱਸ ਨਾ ਸਲਾਈਏ ਕਦੇ ਨਿੰਦਣੀ। ਜੇ ਉਹ ਕੰਮ 3 ਜਾਣੀਆਂ 'ਚ ਵੰਡਿਆ ਜਾਵੇ ਤੇ ਕਿੰਨੀ ਸੌਖੀ ਜ਼ਿੰਦਗੀ ਹੋ ਜਾਊਗੀ ਕਿ ਤਿੰਨਾਂ ਦੇ ਵਿੱਚ ਵੰਡ ਕੇ ਕੰਮ ਕਰਨਾ ਤੇ ਕਿੱਥੇ ਉਹੀ ਕੰਮ ਸਾਰਾ ਇੱਕ ਜਾਣੀ ਨੇ ਕਰਨਾ। ਜੇ ਅਸੀਂ ਕਹਿੰਦੇ ਨੇ ਕਿ ਕੁੜੀਆਂ ਨੂੰ ਘਰ ਦੇ ਕੰਮ ਸਿਖਾਉਣੇ ਚਾਹੀਦੇ ਨੇ ਤਾਂ ਕਿ ਉਹ ਅੱਗੇ ਜਾ ਕੇ ਤੇ ਸਹੁਰੇ ਘਰ ਜਾ ਕੇ ਪਰੇਸ਼ਾਨ ਨਾ ਹੋਣ ਤੇ ਕੰਮ ਮੁੰਡਿਆਂ ਨੂੰ ਵੀ ਸਾਨੂੰ ਸਿਖਾਉਣੇ ਪੈਣਗੇ। ਬਿਲਕੁਲ ਬਰਾਬਰ ਸਿਖਾਉਣੇ ਪੈਣਗੇ, ਸਮੇਂ ਦੀ ਮੰਗ ਹੈ। ਪੰਜਾਬੀ ਵਾਈਬਸ ਦੇਖ ਸੁਣ ਰਹੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਹਰਜੀਤ ਤੇ ਮੇਰੇ ਨਾਲ ਜਸਪ੍ਰੀਤ। ਅੱਜ ਅਸੀਂ ਤੁਹਾਡੇ ਲਈ ਨਵਾਂ ਅਗਲਾ ਪੋਡਕਾਸਟ ਜਿਹੜਾ ਉਹ ਲੈ ਕੇ ਹਾਜ਼ਰ ਹਾਂ। ਕਾਫੀ ਲੰਬਾ ਗੈਪ ਜਿਹੜਾ ਉਹ ਸਾਡੀ ਦੋਨਾਂ ਦੀ ਗੱਲਬਾਤ ਦਾ ਪੈ ਗਿਆ, ਛੁੱਟੀਆਂ ਦਾ ਮਾਹੌਲ ਸੀ ਤੇ ਛੁੱਟੀਆਂ ਤੋਂ ਬਾਅਦ ਫਿਰ ਅੱਜ ਅਸੀਂ ਪਹਿਲੀ ਗੱਲਬਾਤ ਨਵੇਂ ਵਰੇ ਦੇ ਵਿੱਚ ਕਰਨ ਲੱਗੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬਿਲਕੁਲ ਨਵੇਂ ਸਾਲ ਦੇ ਨਾਲ ਨਾਲ ਲੋਹੜੀ ਲੰਘ ਕੇ ਗਈ ਹੈ ਭੈਣ। ਲੋਹੜੀ ਤੇ ਮਾਘੀ ਦੀਆਂ ਵੀ ਸਾਡੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਤੇ ਅੱਜ ਦਾ ਪੋਡਕਾਸਟ ਅਸੀਂ ਜੋ ਵਿਚਾਰ ਚਰਚਾ ਕਰਨ ਲੱਗੇ ਆ ਉਹ ਸਾਡੇ ਸਾਰਿਆਂ ਦੇ ਆਲੇ ਦੁਆਲੇ ਘੁੰਮਦਾ ਆ ਕਿ ਅਸੀਂ ਆਪਣੇ ਆਪ ਨੂੰ ਮਹੱਤਤਾ ਕਿਵੇਂ ਦੇਣੀ ਆ, ਕਿਵੇਂ ਅਸੀਂ ਆਪਣੇ ਪ੍ਰਤੀ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਿਭਾ ਸਕਦੇ ਆ। ਹੈਨਾ ਜੀ ਦੋ ਪੱਖ ਨੇ ਇਸ ਗੱਲ ਦੇ। ਇੱਕ ਤਾਂ ਪਹਿਲਾਂ ਇਹ ਕਿ ਜਦੋਂ ਸਾਨੂੰ ਲੱਗਣ ਲੱਗ ਜਾਂਦਾ ਹੈ ਕਿ ਸਾਡੇ ਤੋਂ ਬਿਨਾ ਸਾਡੇ ਘਰ ਪਰਿਵਾਰ ਦਾ ਗੁਜ਼ਾਰਾ ਨਹੀਂ। ਬਿਲਕੁਲ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਇਸ ਦੇ ਵਿੱਚੋਂ ਮਾਈਨਸ ਹੋ ਜਾਵਾਂ ਤੇ ਸ਼ਾਇਦ ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਣਾ, ਉਹਨਾਂ ਦੀ ਜ਼ਿੰਦਗੀ ਔਖੀ ਹੋ ਜਾਏਗੀ। ਸੋ ਮੈਂ ਆਪਣੇ ਆਪ ਦੇ ਪ੍ਰਤੀ ਜਿਹੜੇ ਮੇਰੇ ਫਰਜ਼ ਨੇ ਆਪਣੇ ਆਪ ਨੂੰ ਧਿਆਨ ਦੇਣ ਦੀ ਬਜਾਏ ਮੈਂ ਸਿਰਫ ਆਪਣੇ ਪਰਿਵਾਰ ਦਾ ਹੀ ਖਿਆਲ ਰੱਖਾਂ। ਉਸ ਦੇ ਵਿੱਚ ਮੇਰੀ ਆਪਣੇ ਸਰੀਰ ਦੇ ਪ੍ਰਤੀ ਜੇਕਰ ਜੋ ਮੈਂ ਧਿਆਨ ਰੱਖਾਂ ਤੇ ਮੈਂ ਤੰਦਰੁਸਤ ਰਹਿ ਸਕਾਂ, ਉਹ ਚੀਜ਼ਾਂ ਜਿਹੜੀਆਂ ਸ਼ਾਇਦ ਮੰਨਫੀ ਹੋ ਜਾਂਦੀਆਂ ਨੇ ਜ਼ਿੰਦਗੀ ਚੋਂ ਕਿ ਮੈਂ ਆਪਣੇ ਖਾਣ ਪੀਣ ਦਾ ਜਾਂ ਆਪਣੀ ਐਕਸਰਸਾਈਜ਼ ਦਾ ਧਿਆਨ ਰੱਖਣਾ ਛੱਡ ਦੇਵਾਂ। ਦੂਸਰਾ ਪੱਖ ਇੱਥੇ ਇਹ ਹੋ ਜਾਂਦਾ ਹੈ ਜਦੋਂ ਸਾਨੂੰ ਇਹ ਲੱਗਦਾ ਹੈ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਜਿਹੇ ਮੋੜ ਆਉਂਦੇ ਨੇ ਜਿੱਥੇ ਸਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕਿਸੇ ਇੱਕ ਖਾਸ ਰਿਸ਼ਤੇ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ। ਉਹ ਵੀ ਕਿਤੇ ਕਿਤੇ ਮੈਨੂੰ ਲੱਗਦਾ ਕਿ ਲੋੜ ਤੋਂ ਜ਼ਿਆਦਾ ਅਹਿਮੀਅਤ ਕਿਸੇ ਨੂੰ ਦੇਣੀ ਉਹ ਵੀ ਔਖੀ ਹੋ ਜਾਂਦੀ ਹੈ ਤੇ ਅਸੀਂ ਆਪਣੀ ਜ਼ਿੰਦਗੀ ਔਖੀ ਉਸ ਦੇ ਨਾਲ। ਬਿਲਕੁਲ ਜਿਵੇਂ ਪਰਿਵਾਰਾਂ ਦੀ ਵੀ ਗੱਲ ਕਰਾਂ, ਕਈ ਵਾਰੀ ਕੀ ਹੁੰਦਾ ਹੈ ਕਿ ਐਜ਼ ਏ ਫੈਮਿਲੀ ਸਾਨੂੰ ਏਦਾਂ ਲੱਗਦਾ ਹੈ ਕਿ ਕਈ ਵਾਰੀ ਪਰਿਵਾਰ ਜਿਹੜਾ ਉਹ ਇੱਕ ਇਨਸਾਨ ਤੇ ਨਿਰਭਰ ਹੋ ਜਾਂਦਾ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਇਹੀ ਪੂਰੀਆਂ ਕਰ ਸਕਦਾ ਹੈ ਜਾਂ ਕਰ ਸਕਦੀ ਆ, ਹੈਨਾ। ਤੇ ਉਹਦੇ ਨਾਲ ਕੀ ਹੋ ਜਾਂਦਾ ਹੈ ਕਿ ਉਸ ਇਨਸਾਨ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਪੈ ਜਾਂਦਾ ਆ। ਉਹ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਵਿੱਚ ਆਪਣੀ ਜਾਨ ਲਗਾ ਦਿੰਦਾ ਆ, ਜਿਹਦੇ ਨਾਲ ਕੀ ਹੁੰਦਾ ਹੈ ਕਿ ਉਹ ਆਪਣੇ ਆਪ ਦਾ ਧਿਆਨ ਰੱਖਣਾ ਬੰਦ ਕਰ ਦਿੰਦਾ ਜਾਂ ਕਹਿ ਲਓ ਕਿ ਉਹਨੂੰ ਇਹ ਦਿਮਾਗ 'ਚ ਹੀ ਨਹੀਂ ਆਉਂਦਾ ਕਿ ਮੈਂ ਆਪਣੇ ਬਾਰੇ ਵੀ ਕੁਝ ਸੋਚਣਾ ਆ ਜਾਂ ਆਪਣੇ ਉੱਤੇ ਵੀ ਸਮਾਂ ਦੇਣਾ ਆ, ਆਪਣੇ ਆਪ ਨਾਲ ਵੀ ਸਮਾਂ ਬਿਤਾਉਣਾ ਆ। ਸੋ ਉਹ ਮੈਨੂੰ ਲੱਗਦਾ ਇਹ ਵਾਈਸ ਵਰਸਾ ਜੀ ਚੀਜ਼ ਹੋ ਜਾਂਦੀ ਹੈ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਅਸੀਂ ਕਿਸੇ ਲਈ ਬਹੁਤ ਜ਼ਰੂਰੀ ਆ ਤੇ ਕਈ ਵਾਰੀ ਸਾਨੂੰ ਲੱਗਦਾ ਕਿ ਕੋਈ ਸਾਡੇ ਲਈ ਬਹੁਤ ਜ਼ਰੂਰੀ ਆ, ਹੈਨਾ। ਬਿਲਕੁਲ ਇਹ ਦੋਨੋਂ ਪੱਖ ਜਿਹੜੇ ਨੇ ਮੇਰੇ ਖਿਆਲ ਹੈ ਕਿ ਦੋਨਾਂ ਦੀ ਇੱਕ ਸੀਮਾ ਹੋਣੀ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਪਰਿਵਾਰ ਤੋਂ ਵੱਧ ਕੇ ਸਾਨੂੰ ਕੁਝ ਵੀ ਪਿਆਰਾ ਨਹੀਂ ਹੁੰਦਾ। ਅਸੀਂ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਹੈ ਤੇ ਸਾਡੇ ਪਰਿਵਾਰ ਨੇ ਸਾਡਾ ਖਿਆਲ ਰੱਖਣਾ ਹੈ। ਪਰ ਮੈਂ ਬਹੁਤ ਵਾਰ ਇਹ ਚੀਜ਼ ਸੋਚਦੀ ਹੁੰਦੀ ਹਾਂ ਕਿ ਜੇ ਅਸੀਂ ਆਪਣਾ ਖਿਆਲ ਨਹੀਂ ਰੱਖਾਂਗੇ
ਤੇ ਅਸੀਂ ਪਰਿਵਾਰ ਦਾ ਖਿਆਲ ਰੱਖਣ ਜੋਗੇ ਰਹਿ ਨਹੀਂ ਸਕਾਂਗੇ। ਬਿਲਕੁਲ। ਸੋ ਸਭ ਤੋਂ ਪਹਿਲਾਂ ਆਪਣੇ ਆਪ ਦਾ ਧਿਆਨ ਰੱਖੀਏ ਤਾਂ ਕਿ ਅਸੀਂ ਪਰਿਵਾਰ ਦੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾ ਸਕੀਏ ਜੀ। ਤੇ ਕਿਸੇ ਹੱਦ ਤੱਕ ਅਸੀਂ ਆਪਣੀ ਹੋਂਦ ਦਾ ਅਹਿਸਾਸ ਆਪਣੇ ਆਪ ਨੂੰ ਕਰਵਾ ਸਕੀਏ ਕਿ ਅਸੀਂ ਆਪਣੇ ਆਪ ਨੂੰ ਵੀ ਸਮਾਂ ਦੇਣਾ। ਕਹਿੰਦੇ ਨੇ ਨਾ ਕਿ ਸਾਨੂੰ ਆਪਣੇ ਆਪ ਦੇ ਸਭ ਤੋਂ ਚੰਗੇ ਦੋਸਤ ਹੋਣਾ ਚਾਹੀਦਾ। ਸੋ ਉਸ ਚੀਜ਼ ਦੇ ਮਾਇਨੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਗਵਾਚ ਜਾਂਦੇ ਨੇ। ਖੈਰ ਉਸ ਚੀਜ਼ ਤੇ ਇੱਕ ਵੱਖਰਾ ਜਿਹੜੀ ਉਹ ਗੱਲਬਾਤ ਹੋ ਸਕਦੀ ਹੈ। ਪਰ ਅੱਜ ਜਸਪ੍ਰੀਤ, ਅਸੀਂ ਹੁਣੇ ਜਦੋਂ ਗੱਲ ਸ਼ੁਰੂ ਕੀਤੀ ਤੇ ਮੈਨੂੰ ਇੱਕ ਕਹਾਣੀ ਸੋਸ਼ਲ ਮੀਡੀਆ ਤੇ ਮੇਰੇ ਨਜ਼ਰੀ ਪਈ। ਕਾਫੀ ਸਾਲਾਂ ਤੋਂ ਕਹਾਣੀ ਕਿਤੇ ਨਾ ਕਿਤੇ ਚੱਲਦੀ, ਸ਼ਾਇਦ ਤੁਸੀਂ ਵੀ ਪੜ੍ਹੀ ਹੋਏ ਜਾਂ ਸਾਡੇ ਵਿਊਅਰਸ ਨੇ ਵੀ ਪੜ੍ਹੀ ਹੋਏਗੀ। ਇੱਕ ਲੜਕੀ ਦੀ ਕਾਫੀ ਪੱਕੀ ਸਹੇਲੀ ਸੀ ਤੇ ਉਸ ਦੀ ਡੈਥ ਹੋ ਜਾਂਦੀ ਆ। ਅੱਛਾ। ਉਹ ਇੰਨਾ ਕੁ ਜ਼ਿਆਦਾ ਆਪਣੇ ਪਰਿਵਾਰ ਦੇ ਵਿੱਚ ਰੁੱਝੀ ਹੋਈ ਹੁੰਦੀ ਸੀ, ਉਹਨੂੰ ਲੱਗਦਾ ਹੁੰਦਾ ਸੀ ਕਿ ਉਸ ਦੇ ਪਰਿਵਾਰ ਦਾ ਗੁਜ਼ਾਰਾ ਉਸ ਤੋਂ ਬਿਨਾਂ ਬਹੁਤ ਮੁਸ਼ਕਲ ਹੈ, ਕਿ ਉਹਦੇ ਬੱਚਿਆਂ ਦੇ ਲਈ, ਉਹਦੇ ਪਤੀ ਦੇ ਲਈ ਜਾਂ ਉਹਦੇ ਸੱਸ ਸਹੁਰੇ ਦੇ ਲਈ ਜਿਹੜੇ ਥੋੜੇ ਬਜ਼ੁਰਗ ਸੀਗੇ। ਕਈ ਵਾਰ ਉਹਨੇ ਕੰਮ ਦੀਆਂ ਜਿਹੜੀਆਂ ਪਾਰਟੀਆਂ ਹੁੰਦੀਆਂ ਸੀ ਉੱਥੇ ਜਾਣ ਤੋਂ ਗੁਰੇਜ਼ ਕਰਨਾ, ਆਪਣੇ ਆਪ ਨੂੰ ਜਿੱਥੇ ਉਹਦੀਆਂ ਫਰੈਂਡਸ ਨੇ ਸਮਾਂ ਦੇਣਾ ਜਾਂ ਕਹਿਣਾ ਕਿ ਆਪਾਂ ਵੀ ਥੋੜਾ ਇੰਜੋਏ ਕਰੀਏ, ਉਸ ਲੜਕੀ ਨੇ ਇਹ ਕਹਿ ਕੇ ਮਨਾ ਕਰਦਿਆ ਕਰਨਾ ਕਿ ਨਹੀਂ, ਮੈਂ ਸਿਰਫ ਕੰਮ ਦੇ ਲਈ ਬਾਹਰ ਆ ਸਕਦੀ ਹਾਂ, ਇਸ ਤੋਂ ਜ਼ਿਆਦਾ ਬਾਹਰ ਹੋਣਾ ਮੈਂ ਅਫੋਰਡ ਨਹੀਂ ਕਰ ਸਕਦੀ ਕਿਉਂਕਿ ਮੇਰਾ ਸਰਦਾ ਨਹੀਂ, ਘਰਦਿਆਂ ਦਾ ਸਰਦਾ ਨਹੀਂ। ਦੇਖੋ ਪੁਰਾਣੇ ਸਮੇਂ ਦੇ ਵਿੱਚ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹੁੰਦੇ ਸੀ ਜਾਂ ਕਿੱਦਾਂ, ਤੇ ਆਮ ਤੌਰ ਤੇ ਜਿਹੜੀਆਂ ਸਵਾਣੀਆਂ ਉਹ ਕਹਿੰਦੀਆਂ ਹੁੰਦੀਆਂ ਸੀ ਕਿ ਅਸੀਂ ਅੱਜ ਰਹਿ ਨਹੀਂ ਸਕਦੇ, ਮੱਝ ਹੱਥੇ ਹੋਈ ਆ ਜਾਂ ਹੋਰ ਗੱਲਾਂ ਬਾਤਾਂ। ਪਰ ਦੇਖੋ ਅੱਜ ਕੰਮਾਂ ਕਾਰਾਂ ਵਾਲੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਦੇਖੀਏ ਤੇ ਸਾਨੂੰ ਲੱਗਦਾ ਕਿ ਸਾਡੀ ਰੂਟੀਨ ਦੇ ਵਿੱਚ ਜਿਹੜੇ ਕੰਮ ਨੇ ਕਿ ਉਹ ਸਿਰਫ ਉਸ ਔਰਤ ਨੇ ਕਰਨੇ ਨੇ ਘਰ ਦੇ, ਜਿਹੜੀ ਰੋਜ਼ ਕਰ ਰਹੀ ਆ। ਉਸ ਤੋਂ ਬਾਅਦ ਉਸ ਦੀ ਉਹ ਫਰੈਂਡ ਜਿਹਦੀ ਕਿ ਉਹ ਬੜੀ ਪੱਕੀ ਸਹੇਲੀ ਸੀ, ਉਹਨੂੰ ਲੱਗਿਆ ਕਿ ਮੇਰੀ ਸਹੇਲੀ ਦੇ ਜਾਣ ਤੋਂ ਬਾਅਦ ਉਹਦਾ ਪਰਿਵਾਰ ਤਾਂ ਤਹਿਸ ਨਹਿਸ ਹੋ ਗਿਆ ਹੋਣਾ, ਵੀ ਮੈਂ ਇੱਕ ਵਾਰੀ ਫੋਨ ਕਰਕੇ ਮੇਰਾ ਫਰਜ਼ ਬਣਦਾ ਮੈਂ ਉਹਨਾਂ ਦਾ ਹਾਲ ਪੁੱਛਾਂ ਨਾ। ਉਹਨੇ ਉਸ ਲੜਕੀ ਦੇ ਘਰ ਵਾਲੇ ਨੂੰ ਫੋਨ ਕੀਤਾ ਤੇ ਉਹਦੀ ਕਾਲ ਰਿਸੀਵ ਨਹੀਂ ਕਰ ਸਕਿਆ। ਅੱਛਾ। ਉਹਨੇ ਵਾਪਸ ਉਹਨੂੰ ਬੈਕ ਕਾਲ ਕੀਤੀ ਥੋੜੇ ਸਮੇਂ ਬਾਅਦ ਤੇ ਕਹਿੰਦਾ ਸੌਰੀ ਭੈਣ ਜੀ ਵੀ ਮੈਂ ਤੁਹਾਡੀ ਕਾਲ ਮਿਸ ਕਰ ਗਿਆ, ਮੈਂ ਨਾ ਜਿਮ 'ਚ ਸੀਗਾ, ਐਕਸਰਸਾਈਜ਼ ਕਰਦਾ ਸੀ ਤੇ ਥੋੜਾ ਬਿਜ਼ੀ ਸੀ। ਅੱਛਾ। ਉਹਨੇ ਕਿਹਾ ਵੀ ਚਲੋ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਸੰਭਾਲ ਲਿਆ, ਵੀ ਸਾਰਾ ਕਿਵੇਂ ਚੱਲ ਰਿਹਾ, ਕਿ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਐਕਸਰਸਾਈਜ਼ ਕਰ ਰਹੇ ਹੋ, ਸੋਹਣਾ ਸਮਾਂ ਬਤੀਤ ਕਰ ਰਹੇ ਹੋ, ਪਰ ਪਰਿਵਾਰ ਕਿਵੇਂ ਚੱਲ ਰਿਹਾ ਹੈ ਕਿ ਹੁਣ ਉਸ ਤੋਂ ਬਿਨਾਂ ਤੇ ਤੁਹਾਨੂੰ ਬਹੁਤ ਔਖਾ ਹੋ ਗਿਆ ਹੋਣਾ। ਤਾਂ ਉਹਨੇ ਕਿਹਾ ਜੀ ਨਹੀਂ, ਮੈਂ ਆਪਣੇ ਆਪ ਨੂੰ ਬਹੁਤ ਬਿਜ਼ੀ ਕਰ ਲਿਆ ਤੇ ਹੁਣ ਮੈਂ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਡਾਈਟੀਸ਼ੀਅਨ ਤੋਂ ਪੂਰਾ ਡਾਈਟ ਪਲਾਨ ਲਿਆ, ਉਹਦੇ ਹਿਸਾਬ ਨਾਲ ਖਾਣਾ ਖਾਣਾ। ਤੇ ਸਾਡੇ ਜਿਵੇਂ ਕਿਉਂਕਿ ਸਿਹਤ ਦੀ ਜ਼ਿਆਦਾ ਮਜਬੂਰੀ ਹੁੰਦੀ ਹੈ, ਆਪਾਂ ਨੂੰ ਪ੍ਰੋਬਲਮ ਹੁੰਦੀ ਹੈ, ਤੇ ਮੈਂ ਪ੍ਰੋਪਰ ਐਕਸਰਸਾਈਜ਼ ਕਰਦਾ, ਜਿਮ 'ਚ ਆਪਣੇ ਆਪ ਨੂੰ ਜ਼ਿਆਦਾ ਬਿਜ਼ੀ ਰੱਖਦਾ। ਮਾਂ ਪਿਓ ਕਿਉਂਕਿ ਬਜ਼ੁਰਗ ਨੇ ਤੇ ਬੱਚੇ, ਤੇ ਉਹਨਾਂ ਦੇ ਲਈ ਖਾਣਾ ਬਣਾਉਣ ਲਈ ਕੁੱਕ ਰੱਖ ਲਿਆ ਤੇ ਉਹਨੂੰ ਮੈਂ ਥੋੜੇ ਜਿਹੇ ਵੱਧ ਪੈਸੇ ਦੇ ਦਿੰਦਾ ਕਿ ਗਰੋਸਰੀਜ਼ ਵੀ ਉਹ ਆਪ ਹੀ ਖਰੀਦ ਲੇ। ਅੱਛਾ। ਤੇ ਦੂਸਰਾ ਰਹੀ ਗੱਲ ਕਿ ਬੱਚਿਆਂ ਨੂੰ ਸਕੂਲ ਛੱਡਣ ਦੀ, ਡ੍ਰੌਪ ਕਰਨ ਦੀ ਜਾਂ ਪਿਕ ਕਰਨ ਦੀ, ਤੇ ਉਹਦੇ ਲਈ ਮੈਂ ਇੱਕ ਡਰਾਈਵਰ ਨੂੰ ਹਾਇਰ ਕਰ ਲਿਆ। ਅੱਛਾ। ਉਹ ਬੱਚਿਆਂ ਨੂੰ ਛੱਡ ਵੀ ਦਿੰਦਾ ਘਰੇ ਤੇ ਇਹਨਾਂ ਨੂੰ ਸਕੂਲ ਵੀ ਲੈ ਜਾਂਦਾ। ਸੋ ਉਹਨੇ ਚਲੋ ਥੋੜੀਆਂ ਗੱਲਾਂ ਬਾਤਾਂ ਕਰਕੇ ਫੋਨ ਕੱਟਿਆ, ਪਰ ਉਸ ਤੋਂ ਬਾਅਦ ਉਸ ਲੜਕੀ ਨੇ ਮਹਿਸੂਸ ਕੀਤਾ ਕਿ ਉਹ ਕੁੜੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਮੇਰੇ ਤੋਂ ਬਿਨਾਂ ਮੇਰੇ ਘਰਦਿਆਂ ਦਾ ਸਰਨਾ ਨਹੀਂ, ਸੋ ਅੱਜ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੋ ਗਏ। ਜੀ ਬਿਲਕੁਲ। ਪਤਾ ਕੀ ਆ, ਆਪਾਂ ਨੂੰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਆਪਣੇ ਪਰਿਵਾਰਾਂ ਦਾ ਸੋਚਣਾ ਛੱਡ ਦਈਏ ਜਾਂ ਅਸੀਂ ਉਹਨਾਂ ਬਾਰੇ ਇਹ ਸੋਚ ਕੇ ਨਾ ਕਰੀਏ ਕਿ ਜੇ ਮੈਂ ਨਾ ਹੋਵਾਂ ਤਾਂ ਵੀ ਤਾਂ ਸਾਰੀ ਜਾਣਾ ਆ। ਸੋ ਇਹ ਵੀ ਮਤਲਬ ਆਪਾਂ ਚੀਜ਼ ਨਹੀਂ ਕਹਿ ਰਹੇ ਹੈਗੇ, ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰੀ ਹੈ ਕਿ ਆਪਾਂ ਕਹੀਏ ਕਿ ਜੇ ਮੈਂ ਇੱਕ ਦਿਨ ਇਹ ਕੰਮ ਨਹੀਂ ਕਰਦੀ ਜਾਂ 2 ਦਿਨ ਇਹ ਕੰਮ ਨਹੀਂ ਕਰਦੀ ਜਾਂ ਨਹੀਂ ਕਰ ਸਕਦਾ, ਤੇ ਇਹ ਨਹੀਂ ਹੈ ਕਿ ਉਹ ਕੰਮ ਖੜ ਹੀ ਜਾਣਾ ਆ, ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਤੁਰਦੀ ਰਹਿੰਦੀ ਆ, ਉਹ ਕਿਸੇ ਇੱਕ ਕਰਕੇ ਖੜਦੀ ਨਹੀਂ ਹੈਗੀ। ਸੋ ਇਹ ਕੋਈ ਜ਼ਰੂਰੀ ਨਹੀਂ ਕਿ ਇਹ ਸਿਰਫ ਮੌਤ ਤੋਂ ਬਾਅਦ ਹੀ ਇਸ ਚੀਜ਼ ਦਾ ਅਹਿਸਾਸ ਹੋਵੇ। ਇਸ ਚੀਜ਼ ਦਾ ਅਹਿਸਾਸ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿ ਜੇ ਇੱਕ ਇਨਸਾਨ ਜਿਹੜਾ ਹੈ ਕੋਈ ਪਰਟੀਕੂਲਰ ਕੰਮ ਜਿਹੜਾ ਉਹ ਰੋਜ਼ ਕਰਦਾ ਆ, ਜੇ ਉਹਨੇ ਇੱਕ ਦਿਨ ਨਹੀਂ ਕੀਤਾ ਤੇ ਕੋਈ ਚੀਜ਼ ਖੜਨੀ ਨਹੀਂ ਚਾਹੀਦੀ, ਕੋਈ ਜ਼ਿੰਦਗੀ ਰੁਕਣੀ ਨਹੀਂ ਚਾਹੀਦੀ ਉਸ ਚੀਜ਼ ਵਿੱਚ। ਮੈਨੂੰ ਲੱਗਦਾ ਕਿ ਸਾਰੇ ਬੰਦੇ ਰਿਪਲੇਸੇਬਲ ਨੇ। ਬਿਲਕੁਲ। ਕੋਈ ਬੰਦੇ ਦਾ ਕੁਝ ਵੀ ਰੋਲ ਹੈ, ਬਿਲਕੁਲ ਜੀ, ਉਹ ਹਰ ਬੰਦਾ ਰਿਪਲੇਸ ਹੋ ਸਕਦਾ ਹੈ। ਪਰ ਇਹ ਗੱਲ ਸਿਰਫ ਇੱਥੇ ਇਹ ਸਮਝਣ ਦੀ ਹੈ, ਜਿਵੇਂ ਕਹਾਣੀ ਵਿਚਲੀ ਪਾਤਰ ਕੁੜੀ ਦੀ ਜੇਕਰ ਮੈਂ ਗੱਲ ਕਰਾਂ, ਜੇਕਰ ਉਹ ਸਮਾਂ ਰਹਿੰਦੇ ਇਸ ਚੀਜ਼ ਨੂੰ ਪਛਾਣਦੀ ਕਿ ਮੇਰੇ ਜਾਣ ਤੋਂ ਬਾਅਦ ਵੀ ਤਾਂ ਜ਼ਿੰਦਗੀ ਇਹਨਾਂ ਦੀ ਚੱਲਣੀ ਆ, ਸ਼ਾਇਦ ਉਹ ਆਪਣੀ ਲਾਈਫ ਦੇ ਵਿੱਚ ਥੋੜਾ ਬਹੁਤਾ ਇੰਜੋਏ ਕਰ ਸਕਦੀ, ਜਾਂ ਹੋ ਸਕਦਾ ਹੈ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਦੀ ਤੇ ਇੰਨੀ ਜਲਦੀ ਸ਼ਾਇਦ ਉਹ ਜਾਂਦੀ ਨਾ। ਪਰ ਅਸੀਂ ਫਿਰ ਕਹਿ ਦਿੰਦੇ ਆ ਕਿ ਇਹ ਤਾਂ ਲਿਖੀਆਂ ਨੇ, ਜਿਵੇਂ ਲਿਖੀਆਂ ਨੇ, ਜਿੰਨੀ ਚਾਹੀਦੀ ਲਿਖੀ ਹੈ। ਖੈਰ ਇਹ ਇੱਕ ਅਲੱਗ ਮੁੱਦਾ ਹੈ, ਪਰ ਜੇਕਰ ਅਸੀਂ ਇਸ ਚੀਜ਼ ਦੇ ਨਾਲ ਇਹਨੂੰ ਰਿਲੇਟ ਕਰਦੇ ਆ ਤੇ
ਤੇ ਜ਼ਰੂਰ ਸਾਨੂੰ ਇਹ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਸਾਨੂੰ ਆਪਣੇ ਆਪ ਦੇ ਪ੍ਰਤੀ ਆਪਣੇ ਫਰਜ਼ ਜਿਹੜੇ ਉਹ ਵੀ ਨਿਭਾਉਣੇ ਚਾਹੀਦੇ ਨੇ। ਜ਼ਰੂਰੀ ਆ। ਪਰਿਵਾਰ ਤੋਂ ਨੇੜੇ ਸਾਡੇ ਕੋਈ ਨਹੀਂ, ਸਾਡੇ ਪਰਿਵਾਰ ਨੇ ਸਾਡਾ ਖਿਆਲ ਰੱਖਣਾ ਹੈ ਤੇ ਸਾਡਾ ਫਰਜ਼ ਬਣਦਾ ਅਸੀਂ ਪਰਿਵਾਰ ਦਾ ਖਿਆਲ ਰੱਖਣਾ, ਪਰ ਅਸੀਂ ਆਪਣੇ ਆਪ ਨੂੰ ਪਛਾੜੀਏ ਨਾ। ਬਿਲਕੁਲ। ਇੱਕ ਔਰਤ ਹੋਣ ਦੇ ਨਾਤੇ ਜੇ ਮੈਂ ਗੱਲ ਕਰਾਂ ਤੇ ਮੈਨੂੰ ਲੱਗਦਾ ਹੈ ਕਿ ਇੱਕ ਔਰਤ ਜਿਹੜੀ ਆ ਕੁਝ ਤੇ ਜ਼ਿੰਮੇਵਾਰੀਆਂ ਉਹਦੇ ਹੁੰਦੀਆਂ ਹੀ ਨੇ। ਕਈ ਵਾਰੀ ਇੱਕ ਔਰਤ ਆਪਣੇ ਆਪ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਵੀ ਲੈ ਲੈਂਦੀ ਆ ਕਿ ਮੈਂ ਇਹ ਕੰਮ ਕਰਨਾ ਆ, ਮੈਂ ਰਸੋਈ ਦਾ ਕੰਮ ਵੀ ਕਰਨਾ, ਮੈਂ ਬਾਹਰਲਾ ਕੰਮ ਵੀ ਕਰਨਾ, ਮੈਂ ਬੱਚਿਆਂ ਦਾ ਕੰਮ ਵੀ ਕਰਨਾ ਆ, ਹਨਾ, ਤੇ ਮੈਂ ਮਾਪਿਆਂ ਦਾ ਜਾਂ ਸੱਸ ਸਹੁਰੇ ਦਾ ਉਹਨਾਂ ਦਾ ਕੰਮ ਵੀ ਕਰਨਾ ਆ। ਮੈਨੂੰ ਲੱਗਦਾ ਜਿਹੜੀਆਂ ਨਿੱਕੀਆਂ ਨਿੱਕੀਆਂ ਪ੍ਰਾਇੋਰਟੀਜ਼ ਨੇ ਉਹਨਾਂ ਨੂੰ ਆਪਾਂ ਅਣਗੌਲਿਆ ਕਰ ਸਕਦੇ ਹਾਂ ਕਦੇ ਕਦੇ। ਮੈਂ ਨਾ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੀ ਆ ਨਾ, ਮੇਰੇ ਮੰਮੀ ਡੈਡੀ ਆਏ ਹੋਏ ਨੇ ਹਨਾ ਪੰਜਾਬ ਤੋਂ, ਤੇ ਅਸੀਂ ਨਾ ਇੱਕ ਦਿਨ ਬੈਠੇ ਗੱਲਾਂ ਮਾਰਦੇ ਪਏ ਸੀਗੇ ਤੇ ਨਾ ਛੋਟੀ ਜੀ ਗੱਲ ਹੀ ਹੈ ਵੈਸੇ ਤਾਂ, ਫ੍ਰਿਜ ਦੇ ਵਿੱਚ ਨਾ ਗੁਲਾਬ ਜਾਮਣ ਪਏ ਸੀ, ਤਿੰਨ ਕੁ ਹੋਣੇ ਆ ਹਨਾ, 2-3 ਗੁਲਾਬ ਜਾਮਣ ਪਏ ਸੀ, ਮਤਲਬ ਡੱਬਾ ਸੀ ਖਤਮ ਹੋ ਗਿਆ ਸੀਗਾ, 2-3 ਰਹਿ ਗਏ ਤੇ ਬੱਚਿਆਂ ਨੂੰ ਛੁੱਟੀ ਹੋਣੀ ਸੀ 3 ਵਜੇ ਸਕੂਲ ਤੋਂ। ਤੇ ਮੈਂ ਕੀ ਕੀਤਾ, ਮੰਮੀ ਕਹਿੰਦੇ ਕਿ ਵੀ ਬੱਚੇ ਆਉਣ ਵਾਲੇ ਆ, ਉਹਨਾਂ ਦੇ ਲਈ ਨਾ ਕੁਝ ਬਣਾ ਲਾ, ਤੇ ਮੈਂ ਬਣਾ ਕੇ ਰੱਖ ਲਿਆ। ਤੇ ਜਦੋਂ ਮੈਂ ਫ੍ਰਿਜ ਖੋਲੀ ਤੇ ਵਿੱਚ ਪਏ 3 ਗੁਲਾਬ ਜਾਮਣ। ਮੈਂ ਕੀ ਕੀਤਾ, ਮੈਂ ਉਹ ਚੱਕ ਕੇ ਖਾਣ ਲੱਗੀ, ਮੰਮੀ ਕਹਿੰਦੇ ਰਹਿਣ ਦੇ ਬੱਚਿਆਂ ਦੇ ਲਈ। ਤੇ ਮੈਂ ਕਿਹਾ ਮੰਮੀ ਇਹ ਤਾਂ ਮੇਰੇ ਵੀ ਬਹੁਤ ਫੇਵਰੇਟ ਨੇ ਹਨਾ, ਵੀ ਮੈਨੂੰ ਵੀ ਬੜੇ ਪਸੰਦ ਨੇ। ਤਾਂ ਮੈਂ ਕਿਹਾ ਇਦਾਂ ਕਰੋ 3 ਵਜੇ ਨਿਆਣੇ ਆਉਣੇ ਆ, 2-2:30 ਵਜੇ ਸੀ, ਮੈਂ ਕਿਹਾ ਮੈਂ ਪਹਿਲਾਂ ਹੀ ਖਾ ਲੈਣੀ ਆ। ਤੇ ਮੇਰੇ ਮੰਮੀ ਨੂੰ ਨਾ ਇਹ ਬੜਾ ਲੱਗਿਆ ਕਿ ਜਿਵੇਂ ਆਪਣੇ ਪੁਰਾਣੇ ਸਮੇਂ 'ਚ ਹੈਗਾ ਤੇ ਕਿੱਦਾਂ ਦੀ ਮਾਂ ਆ, ਮਾਵਾਂ ਤੋਂ ਮੂੰਹਾਂ ਚੋਂ ਕੱਢ ਦਿੰਦੀਆਂ ਹਨਾ। ਤੇ ਮੈਨੂੰ ਲੱਗਿਆ ਕਿ ਨਹੀਂ, ਕਦੇ ਕਦੇ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਮੂੰਹਾਂ ਚੋਂ ਕੱਢ ਵੀ ਦੇਣਾ ਆ। ਇੱਥੋਂ ਤੱਕ ਕਿ ਕਿਸੇ ਨੂੰ ਕਿਸੇ ਚੀਜ਼ ਦਾ ਨੁਕਸਾਨ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਉਸ ਹੱਦ ਤੱਕ ਅਸੀਂ ਆਪਣੇ ਆਪ ਨੂੰ ਆਪਣੀ ਖੁਸ਼ੀ ਦੇ ਲਈ ਉਨਾ ਕੁ ਕੰਪਰੋਮਾਈਜ਼ ਕਰ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਖੁਸ਼ੀ ਦੇ ਸਕੀਏ। ਤੇ ਮੈਂ ਉਹ 3 ਗੁਲਾਬ ਜਾਮਣ ਇੱਕੋ ਟਾਈਮ ਤੇ ਖਾ ਲਏ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਮੈਂ ਖਾ ਲੈਂਦੀ ਹਾਂ, ਜੋ ਉਦਾਂ ਵੀ ਜੇ 3 ਆ ਗਏ ਤੇ ਉਹ 2 ਜਣਿਆਂ 'ਚ ਤਾਂ ਵੰਡਣੇ ਵੀ ਬੜੇ ਔਖੇ ਨੇ ਹਨਾ। ਤੇ ਮੈਨੂੰ ਕਹਿੰਦੇ 1 ਖਾ ਲਾ, ਮੈਂ ਕਿਹਾ ਨਹੀਂ ਹੁਣ ਤੇ ਸਾਰੇ ਖਾਊਂਗੀ। ਮੈਂ ਕਿਹਾ ਨਹੀਂ, ਮੈਨੂੰ ਪਸੰਦ ਨੇ ਤੇ ਮੈਂ ਆਪਣੇ ਆਪ ਨੂੰ ਤਾਂ ਖੁਸ਼ੀ ਦੇਵਾਂ ਨਾ। ਸੋ ਗੱਲ ਛੋਟੀ ਜਿਹੀ ਆ, ਪਰ ਗੱਲ ਇਹ ਹੈ ਕਿ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕੰਪਰੋਮਾਈਜ਼ ਕਰ ਸਕਦੇ ਹਾਂ ਕਿ ਕੋਈ ਗੱਲ ਨਹੀਂ, ਸਾਡੀ ਜ਼ਿੰਮੇਵਾਰੀਆਂ ਬੇਸ਼ੱਕ ਹੈਗੀਆਂ ਨੇ ਦੂਜਿਆਂ ਪ੍ਰਤੀ, ਪਰ ਅਸੀਂ ਆਪਣੇ ਆਪ ਨੂੰ ਵੀ ਪ੍ਰਾਇੋਰਟਾਈਜ਼ ਕਿਤੇ ਨਾ ਕਿਤੇ ਕਰਨਾ ਸਿੱਖ ਲਈਏ। ਦੇਖੋ ਜਿੱਥੇ ਸਾਡਾ ਜ਼ਿਆਦਾ ਮਨ ਕਰਦਾ, ਜੇ ਕਿਸੇ ਚੀਜ਼ ਨੂੰ ਬਹੁਤ ਮਨ ਕਰ ਰਿਹਾ, ਰਾਦਰ ਦੈਨ ਕਿ ਬਹੁਤ ਜ਼ਿਆਦਾ ਮਨ ਤਰਸਾਓ, ਜ਼ਰੂਰ ਆਪਣੇ ਆਪ ਦੇ ਲਈ ਵੀ ਤੁਸੀਂ ਆਪਣੇ ਆਪ ਨੂੰ ਵੀ ਕੇਟਰ ਕਰੋ। ਮੈਨੂੰ ਲੱਗਦਾ ਉਹ 3 ਗੁਲਾਬ ਜਾਮਣ ਖਾਣ ਤੋਂ ਬਾਅਦ ਤੁਸੀਂ ਡਾਈਟ ਪਲਾਨ ਬਣਾਇਆ ਹੋਣਾ। ਹਾਂ ਹਨਾ, ਹੁਣ ਤੱਕ ਨਹੀਂ ਖਾਦੇ ਹੈਗੇ। ਨਹੀਂ ਸਹੀ, ਕੋਟਾ ਪੂਰਾ ਕਰ ਲਿਆ ਸੀਗਾ ਉਸ ਦਿਨ। ਖੈਰ ਹਾਸੇ ਮਜ਼ਾਕ ਦੀ ਗੱਲ ਜਿਹੜੀ ਇੱਕ ਪਾਸੇ, ਪਰ ਹਾਂ ਆਪਣੇ ਆਪ ਨੂੰ ਸਮਾਂ ਦੇਣ ਦੀ ਜਿੱਥੇ ਗੱਲ ਆਉਂਦੀ ਹੈ, ਖਾਣ ਪੀਣ ਦੀ ਗੱਲ ਜਿਹੜੀ ਉਹ ਡੈਫੀਨਿਟਲੀ ਇੱਕ ਪਾਸੇ ਹੋ ਜਾਂਦੀ ਹੈ। ਪਰ ਫਿਰ ਵੀ ਰੋਜ਼ਾਨਾ ਦੇ ਕੰਮਾਂ ਦੇ ਨਾਲ ਨਾਲ ਜੇਕਰ ਅਸੀਂ ਆਪਣੀ ਡਾਈਟ ਦਾ ਵੀ ਖਿਆਲ ਰੱਖੀਏ, ਮੈਂ ਨਹੀਂ ਕਹਿ ਰਹੀ ਕਿ ਤੁਸੀਂ ਗੁਲਾਬ ਜਾਮਣ ਹੀ ਖਾਓ, ਹੈਲਦੀ ਡਾਈਟ ਆਪਣੀ ਲਓ, ਪਰ ਤੁਸੀਂ ਐਕਸਰਸਾਈਜ਼ ਵੀ ਸਮੇਂ ਦੇ ਨਾਲ ਕਰੋ। ਕਿਉਂਕਿ ਖਾਸ ਕਰਕੇ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ, ਤੇ ਸਾਨੂੰ ਇੰਜ ਲੱਗਦਾ ਹੁੰਦਾ ਕਿ ਘਰ ਦੇ ਕੰਮ ਜਿਹੜੇ ਉਹ ਸਾਡੇ ਤੋਂ ਬਿਨਾਂ ਕੋਈ ਕਰਦਾ ਨਹੀਂ, ਜਾਂ ਜੇ ਬੰਦੇ ਕਰਦੇ ਵੀ ਨੇ, ਹੁਣ ਆਪਾਂ ਦੇਖਦੇ ਹਾਂ ਸਾਰੇ ਕੰਮਾਂ ਕਾਰਾਂ ਵਾਲੇ ਨੇ। ਖੈਰ ਹੁਣ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਵੀ ਬਹੁਤ ਲੜਕੀਆਂ ਜ਼ਿਆਦਾਤਰ ਸਾਰੇ ਕੰਮ ਕਰਦੀਆਂ ਨੇ, ਤੇ ਉਹਨਾਂ ਦੇ ਘਰ ਦੇ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਨੇ, ਬਹੁਤ ਚੰਗੀ ਗੱਲ ਹੈ ਜਿਹੜੇ ਸਪੋਰਟ ਕਰਦੇ ਨੇ। ਪਰ ਮੇਰਾ ਖਿਆਲ ਹੈ ਕਿ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਥੋੜਾ ਆਸਾਨ ਹੋ ਜਾਂਦਾ ਕਿਉਂਕਿ ਮੁੰਡਿਆਂ ਨੂੰ ਸਮਝਣਾ ਪੈਂਦਾ। ਉੱਥੇ ਅਜੇ ਵੀ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਲੱਗਦਾ ਜੇ ਮੁੰਡਾ ਕੰਮ ਕਰਾਉਣ ਵੀ ਲੱਗੇਗਾ ਨਾਲ ਤੇ ਉਹ ਸੱਸਾਂ ਨਨਾਣਾਂ ਨੂੰ ਬੁਰਾ ਲੱਗਦਾ ਕਿ ਸਾਡਾ ਮੁੰਡਾ ਇਹਦੇ ਨਾਲ ਕੰਮ ਕਿਉਂ ਕਰ ਰਿਹਾ ਰਸੋਈ ਦੇ ਵਿੱਚ। ਇਹਨਾਂ ਚੀਜ਼ਾਂ ਤੋਂ ਸਾਨੂੰ ਬਾਹਰ ਹੋਣ ਦੀ ਲੋੜ ਹੈਗੀ ਆ। ਪਰ ਜੇਕਰ ਉਹ ਆਦਮੀ ਨੇ ਕੋਈ ਕੰਮ ਘਰ ਦਾ ਕਰ ਵੀ ਦਿੱਤਾ ਤੇ ਕਈ ਵਾਰ ਮੇਰੇ ਵਰਗੀਆਂ ਔਰਤਾਂ ਨੂੰ ਤਸੱਲੀ ਨਹੀਂ ਹੁੰਦੀ ਕਿ ਇਹ ਕੰਮ ਪੂਰਾ ਨਹੀਂ ਹੋਇਆ ਵੀ ਮੈਂ ਇਹਨੂੰ ਆਪਣੇ ਹੱਥੀਂ ਕਰ ਲਵਾਂ ਤੇ ਸ਼ਾਇਦ ਜ਼ਿਆਦਾ ਸਫਾਈ ਦੇ ਨਾਲ ਕਰ ਲਵਾਂ। ਉਹ ਪਰ ਇੱਕ ਹੋ ਜਾਂਦੀ ਹੈ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਹਨਾ ਵੀ ਜੇ ਬੰਦੇ ਨੇ ਕਰ ਲਿਆ ਤੇ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਇੰਨਾ ਕੁ ਕਰ ਦਿਓ, ਮੁੜ ਕੇ ਸਫਾਈ ਮੈਂ ਆਪਣੇ ਤਰੀਕੇ ਨਾਲ ਆਪਣੇ ਹਿਸਾਬ ਨਾਲ ਕਰ ਲੈਂਦੀ ਹਾਂ। ਪਰ ਇੱਥੇ ਵੀ ਹਾਲੇ ਵੀ ਇਹ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਇਹਨਾਂ ਦੇਸ਼ਾਂ ਦੇ ਵਿੱਚ ਆਏ ਹਾਂ ਹਨਾ, ਤੇ ਹਾਲੇ ਵੀ ਕਿਤੇ ਨਾ ਕਿਤੇ ਉਹ ਦਿਮਾਗ ਦੀ ਜਿਹੜੀ ਉਹ ਸੋਚ ਆ ਉੱਥੇ ਕੀ ਆ ਕਿ ਬੰਦੇ ਨੇ ਕੰਮ ਨਹੀਂ ਕਰਨਾ ਹੈਗਾ। ਸਵੇਰੇ ਸੇਮ ਟਾਈਮ ਤੇ ਹੀ ਬੰਦਾ ਵੀ ਕੰਮ ਤੇ ਜਾਂਦਾ ਆ, ਔਰਤ ਵੀ ਕੰਮ ਤੇ ਜਾਂਦੀ ਆ, ਫਿਰ ਔਰਤ ਨੂੰ ਬੱਚਿਆਂ ਦੀ ਵੀ ਜ਼ਿੰਮੇਵਾਰੀ ਹੈਗੀ ਆ। ਕਰਦੇ ਹੋਣਗੇ ਕਈ ਮਰਦ, ਮੈਨੂੰ ਇਹ ਨਹੀਂ ਕਹਿੰਦੀ ਕਿ ਸਾਰੇ ਇੱਕੋ ਜਿਹੇ ਨੇ, ਪਰ ਫਿਰ ਵੀ ਹੈਗੇ ਨੇ ਕਿ ਜਿਹੜੇ ਬਿਲਕੁਲ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਹੈਗੇ ਹਨਾ। ਬੱਚਿਆਂ ਦੀ ਜ਼ਿੰਮੇਵਾਰੀ, ਫਿਰ ਘਰ ਦਾ ਕਰਕੇ ਵੀ ਜਾਣਾ, ਕੰਮਾਂ ਦੀ ਟੈਨਸ਼ਨ। ਫਿਰ ਮੈਂ ਅਕਸਰ ਇਹ ਸੁਣਿਆ ਆ ਕਿ ਬੰਦੇ ਕਹਿੰਦੇ ਨੇ ਕਿ ਤੇਰਾ ਕੰਮ ਸੌਖਾ ਹਨਾ, ਵੀ ਤੇਰਾ ਕੰਮ ਸੌਖਾ, ਤੂੰ ਉੱਥੇ ਕੀ ਕਰਨਾ ਆ, ਬਹਿਣਾ ਹੀ ਆ ਜਾ ਕੇ ਕੁਰਸੀ ਤੇ। ਪਰ ਉਹ ਕੁਰਸੀ ਤੇ ਬਹਿਣਾ ਦਿਖਦਾ ਆ, ਪਰ ਪਿੱਛੇ ਜਿਹੜਾ ਉਹ ਮੈਂਟਲ ਸਟ੍ਰੈਸ ਆ ਉਹ ਨਜ਼ਰ ਨਹੀਂ ਆਉਂਦਾ ਹੈਗਾ।
ਕਿ ਸਿਰਫ ਜਿਹੜੀ ਸਰੀਰਕ ਮਿਹਨਤ ਆ ਉਹੀ ਸਾਰਾ ਕੁਝ ਨਹੀਂ ਹੁੰਦੀ ਹੈਗੀ, ਹਨਾ। ਵੀ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਜੇ ਕੋਈ ਬਰਾਬਰ ਦੇ ਤੌਰ ਤੇ ਕੰਮ ਕਰ ਰਿਹਾ ਆ ਤੇ ਉਹਨੂੰ ਬਰਾਬਰ ਦੀ ਰਿਸਪੈਕਟ ਦੇ ਕੇ ਜ਼ਿੰਮੇਵਾਰੀਆਂ ਨੂੰ ਵੰਡ ਲੈਣਾ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੰਡ ਲੈਣਾ। ਕੋਈ ਮੇਰੇ ਖਿਆਲ ਦੇ ਵਿੱਚ ਨੀਚਾ ਦੇਖਣ ਵਾਲੀ ਗੱਲ ਨਹੀਂ ਕਿ ਜੇ ਮੈਂ ਘਰੇ ਕੰਮ ਕਰ ਲੂੰਗਾ ਤੇ ਸ਼ਾਇਦ ਮੇਰੀ ਕੋਈ ਈਗੋ ਜਿਹੜੀ ਆ ਉਹ ਹਰਟ ਹੋ ਜਾਊਗੀ ਜਾਂ ਮੈਂ ਕਰ ਹੀ ਨਹੀਂ ਸਕਦਾ ਹੈਗਾ। ਹੌਲੀ ਹੌਲੀ ਸਾਰੇ ਸਿੱਖਦੇ ਨੇ, ਔਰਤ ਕਿਹੜਾ ਕਿਤੇ ਪਿੱਛੋਂ ਸਿੱਖਿਓ ਸਿਖਾਈ ਆਉਂਦੀ ਹੁੰਦੀ ਆ, ਅਸੀਂ ਵੀ ਕਰਨਾ ਹੀ ਸਿੱਖਿਆ ਆ। ਆਪਣੇ ਸਮੇਂ ਦੇ ਨਾਲ ਸਾਨੂੰ ਹਰੇਕ ਚੀਜ਼ ਦਾ ਅਹਿਸਾਸ ਹੁੰਦਾ। ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮਰਦ ਜਿਹੜੇ ਨੇ ਉਹ ਕਈ ਵਾਰੀ ਕੰਮ ਕਰਵਾਉਣ ਤੋਂ ਕਤਰਾਉਂਦੇ ਨੇ, ਇਹਦਾ ਦੂਜਾ ਪਾਸਾ ਇਹ ਵੀ ਹੈ ਜਸਪ੍ਰੀਤ, ਕੁਝ ਮੈਂ ਪਰਿਵਾਰ ਅਜਿਹੇ ਵੀ ਦੇਖੇ ਨੇ ਜਿੱਥੇ ਔਰਤਾਂ ਨੂੰ ਇੰਜ ਲੱਗਦਾ ਹੈ ਕਿ ਨਹੀਂ ਉਹਨਾਂ ਦਾ ਕੰਮ ਸਿਰਫ ਘਰੇ ਰਹਿਣਾ ਹੀ ਹੈ। ਸੋ ਜੇ ਬਾਹਰ ਦੇ ਕੰਮਕਾਰ ਮਰਦ ਕਰ ਰਿਹਾ, ਉਹ ਘਰ ਦਾ ਖਰਚਾ ਚੱਕ ਰਿਹਾ ਤੇ ਉਹ ਉਹਨਾਂ ਨੂੰ ਇੰਜ ਲੱਗਦਾ ਹੁੰਦਾ ਕਿ ਉਹਨਾਂ ਨੇ ਘਰ ਦੇ ਵਿੱਚ ਬੈਠ ਕੇ ਸਿਰਫ ਘਰ ਦੇ ਹੀ ਕੰਮ ਕਰਨੇ ਨੇ। ਇਹ ਉਹਨਾਂ ਦੀ ਟੈਨਸ਼ਨ ਨਹੀਂ ਆ ਕਿ ਬਾਹਰੋਂ ਕੀ ਕਮਾ ਕੇ ਲਿਆਉਣਾ, ਕਿਵੇਂ ਕਮਾ ਕੇ ਲਿਆਉਣਾ, ਕਿਵੇਂ ਘਰ ਚੱਲਣਾ। ਸੋ ਦੋਵੇਂ ਪਾਸੇ ਜਿਹੜੇ ਨੇ ਅਸੀਂ ਇੱਕ ਦੂਜੇ ਨੂੰ ਜੇਕਰ ਸਪੋਰਟ ਕਰਾਂਗੇ, ਜੇ ਅਸੀਂ ਔਰਤਾਂ ਦੀ ਗੱਲ ਕਰ ਰਹੇ ਹਾਂ ਕਿ ਔਰਤਾਂ ਨੂੰ ਆਪਣੇ ਆਪ ਲਈ ਸਮਾਂ ਚਾਹੀਦਾ ਤੇ ਸਮਾਂ ਮਰਦਾਂ ਨੂੰ ਵੀ ਚਾਹੀਦਾ, ਬਿਲਕੁਲ ਚਾਹੀਦਾ ਜੀ। ਜਦੋਂ ਅਸੀਂ ਆਪਣੇ ਸਟ੍ਰੈਸ ਦੀ ਗੱਲ ਕਰਦੇ ਹਾਂ, ਔਰਤਾਂ ਦੀ ਇੱਕ ਮੈਂ ਨਹੀਂ ਕਹਿੰਦੀ ਸਾਰੀਆਂ ਦੀ, ਪਰ ਅੰਕੜੇ ਦੱਸਦੇ ਨੇ ਕਿ ਬਹੁਤਾਤ ਔਰਤਾਂ ਜਿਹੜੀਆਂ ਨੇ ਉਹ ਆਪਣੇ ਮਨ ਦੀ ਗੱਲ ਹਲਕੀ ਆਪਣੀਆਂ ਸਹੇਲੀਆਂ ਦੇ ਨਾਲ ਜਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਸੌਖੀ ਕਰ ਲੈਂਦੇ। ਜਿਹੜੇ ਮੁੰਡੇ ਨੇ ਉਹ ਇੱਕ ਦੂਜੇ ਦੇ ਨਾਲ ਮਨ ਘੱਟ ਖੋਲਦੇ ਨੇ, ਖਾਸ ਕਰਕੇ ਆਪਣੇ ਜਿਹੜੇ ਪਰਿਵਾਰਕ ਮਸਲੇ ਨੇ ਉਹਨਾਂ ਨੂੰ ਲੈ ਕੇ। ਤੇ ਜ਼ਿਆਦਾਤਰ ਹਾਰਟ ਅਟੈਕ ਜਿਹੜੇ ਨੇ, ਜ਼ਿਆਦਾਤਰ ਦਿਲ ਦੇ ਮਰੀਜ਼ ਮੁੰਡੇ ਬਣਦੇ ਨੇ ਕਿਉਂਕਿ ਉਹ ਆਪਣੇ ਮਨ ਦੀ ਗੱਲ ਖੋਲਦੇ ਨਹੀਂ ਸ਼ਾਇਦ। ਤੇ ਕੁੰਡੀਆਂ ਜਿਹੜੀਆਂ ਮਨ ਦੇ ਵਿੱਚ ਨੇ ਇਹ ਗੰਢਾਂ ਬਣ ਕੇ ਤੇ ਫਿਰ ਰੋਗ ਬਣਦੀਆਂ ਨੇ ਅੰਦਰੋਂ ਅੰਦਰ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜੇਕਰ ਅਸੀਂ ਹੁਣੇ ਤੋਂ ਸੋਚਣੀਆਂ ਸ਼ੁਰੂ ਕਰ ਲਈਏ, ਆਪਣੇ ਮਨ ਹਲਕੇ ਕਰਨੇ ਸ਼ੁਰੂ ਕਰ ਲਈਏ, ਸ਼ਾਇਦ ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੇ ਥੋੜੇ ਸੌਖੇ ਨਤੀਜੇ ਵੀ ਮਿਲਣਗੇ। ਜੀ ਬਿਲਕੁਲ। ਮੇਰੇ ਖਿਆਲ ਨਾਲ ਜਿਹੜੇ ਪਿੱਛੇ ਜਿਹੇ ਖਬਰਾਂ ਵੀ ਆਈਆਂ ਨੇ, ਜਿੰਨੀਆਂ ਮਤਲਬ ਕੁੜੀਆਂ ਨੇ ਸੁਸਾਈਡ ਕੀਤੀ ਆ ਜਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਆਪ ਲਈਆਂ ਨੇ, ਉਹਨਾਂ ਦੇ ਪਿੱਛੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਆਪਾਂ ਲੰਬੇ ਸਮੇਂ ਤੋਂ ਦੇਖੀਏ ਤੇ ਕਹਾਣੀ ਇਹੀ ਹੈ ਕਿ ਆਪਣੇ ਆਪ ਨੂੰ ਸਮਾਂ ਨਾ ਦੇਣਾ। ਕਿਉਂਕਿ ਕਈ ਵਾਰੀ ਘਰਾਂ ਦੇ ਵਿੱਚ ਮਾਹੌਲ ਐਸੇ ਹੋ ਜਾਂਦੇ ਨੇ ਕਿ ਜਦੋਂ ਸਾਰਾ ਪਰਿਵਾਰ ਜਿਹੜਾ ਆ ਉਹ ਔਰਤ ਦੇ ਮੂੰਹ ਵੱਲ ਦੇਖਣ ਲੱਗ ਜਾਂਦਾ ਕਿ ਇਹੀ ਹਰ ਜਗ੍ਹਾ ਤੇ ਸਮਝੌਤੇ ਕਰੇ, ਇਹੀ ਕੰਪਰੋਮਾਈਜ਼ ਕਰੇ, ਇਹੀ ਕੰਮ ਕਰੇ, ਇਹੀ ਸੁਣੇ। ਇਹ ਦੇਖੋ ਜਦੋਂ ਕੋਈ ਰਿਸ਼ਤਾ ਨਵਾਂ ਜੁੜਦਾ ਉਦੋਂ ਤੇ ਇਹ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਨੇ, ਸਾਨੂੰ ਵੀ ਐਜ਼ ਅ ਗਰਲਸ ਵਧੀਆ ਲੱਗਦਾ ਹੈ ਕਿ ਦੇਖੋ ਮੇਰੇ ਬਿਨਾਂ ਇਹਨਾਂ ਦਾ ਸਰਦਾ ਨਹੀਂ, ਹਨਾ। ਮੈਂ ਕਿੰਨੀ ਇੰਪੋਰਟੈਂਟ ਆ ਇਹਨਾਂ ਦੇ ਲਈ ਕਿ ਹਰ ਗੱਲ ਮੈਨੂੰ ਪੁੱਛ ਕੇ ਕਰਦੇ ਨੇ ਜਾਂ ਮੈਂ ਕਰਦੀ ਆ ਇਹਨਾਂ ਦੇ ਲਈ। ਉਦੋਂ ਤਾਂ ਇਹ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ, ਪਰ ਜਦੋਂ ਉਹ ਸਮਾਂ ਲੰਬਾ ਬੀਤ ਜਾਂਦਾ ਆ ਫਿਰ ਉਹਦੇ ਵਿੱਚ ਘੁਟਨ ਹੋਣ ਲੱਗ ਜਾਂਦੀ ਆ ਕਿ ਮੈਂ ਹੀ ਕਿਉਂ, ਫਿਰ ਉਹ ਦੂਜੇ ਪਾਸੇ ਗੱਲ ਚੱਲ ਜਾਂਦੀ ਆ, ਹਨਾ, ਕਿ ਵੀ ਮੈਂ ਹੀ ਕਿਉਂ ਕਰਾਂ, ਮੈਨੂੰ ਹੀ ਕਿਉਂ ਕਿਹਾ ਜਾਂਦਾ ਆ, ਮੈਂ ਹੀ ਕਿਉਂ ਸੁਣਾ। ਪਰ ਫਿਰ ਉਦੋਂ ਸਮਾਂ ਉੱਥੇ ਤੱਕ ਪਹੁੰਚ ਜਾਂਦਾ ਹੈ ਕਿ ਕਿਉਂਕਿ ਅਸੀਂ ਪਹਿਲਾਂ ਉਸ ਚੀਜ਼ ਦੇ ਖਿਲਾਫ ਬੋਲੇ ਨਹੀਂ, ਹੁਣ ਉਹ ਸਮਾਂ ਆ ਗਿਆ ਕਿ ਹੁਣ ਸਾਡੇ ਤੋਂ ਬੋਲ ਨਹੀਂ ਹੁੰਦਾ, ਕਿਉਂਕਿ ਉਹ ਅਸੀਂ ਜ਼ਿੰਮੇਵਾਰੀ ਆਪ ਸਹੇੜੀ ਹੋਈ ਆ ਕਿ ਅਸੀਂ ਆਪ ਸੁਣ ਕੇ ਲਿਆ ਹੋਇਆ ਹੈ ਕਿ ਨਹੀਂ ਅਸੀਂ ਕਰਾਂਗੇ। ਇਸ ਚੀਜ਼ ਨੂੰ ਜੇ ਅਸੀਂ ਪਹਿਲੇ ਸਮੇਂ ਦੇ ਵਿੱਚ ਹੀ ਕਹਿ ਦਈਏ ਕਿ ਨਹੀਂ ਆਪਾਂ ਬਰਾਬਰ ਮਿਲ ਕੇ ਕੰਮ ਕਰ ਲੈਂਦੇ ਆ, ਜਾਂ ਮੈਂ ਬਾਹਰ ਜਾ ਆਉਣੀ ਆ, ਤੁਸੀਂ ਅੱਜ ਘਰੇ ਕੰਮ ਕਰ ਲਓ, ਹਨਾ, ਤੁਸੀਂ ਦੇਖ ਲਓ, ਤੁਸੀਂ ਸੋਚ ਲਓ ਕੀ ਬਣਾਉਣਾ ਕੱਲ ਨੂੰ। ਬਹੁਤ ਛੋਟੀਆਂ ਗੱਲਾਂ ਨੇ। ਸੋ ਉਹ ਜਿਹੜੀਆਂ ਸ਼ੁਰੂਆਤੀ ਤੌਰ ਦੇ ਵਿੱਚ ਅਸੀਂ ਸੁਣ ਲੈਂਦੇ ਆ, ਮੈਨੂੰ ਲੱਗਦਾ ਉਹ ਬਾਅਦ 'ਚ ਜਾ ਕੇ ਉਹ ਸਾਨੂੰ ਔਖੀਆਂ ਲੱਗਣ ਲੱਗ ਜਾਂਦੀਆਂ ਨੇ ਸੁਣਨੀਆਂ ਕਿ ਨਹੀਂ, ਅਸੀਂ ਆਪ ਹੀ ਉਸ ਚੀਜ਼ ਤੋਂ ਤੰਗ ਆ ਜਾਂਦੇ ਆ ਫਿਰ ਕਿ ਜਿਹੜਾ ਸਾਨੂੰ ਚਾਅ ਚ ਕਰ ਲੈਂਦੇ ਆ, ਆਦਤ ਬਣਾ ਲਿਆ। ਬਿਲਕੁਲ। ਫਿਰ ਜਦੋਂ ਉਹ ਆਦਤ ਸਾਡੇ ਲਈ ਮਜਬੂਰੀ ਬਣਨ ਲੱਗੀ, ਫਿਰ ਸਾਨੂੰ ਮਹਿਸੂਸ ਹੋਣ ਲੱਗ ਜਾਂਦੀ। ਗੱਲ ਤਾਂ ਸਿਰਫ ਇਹ ਹੈ ਕਿ ਤੁਹਾਡਾ ਮਾਹੌਲ ਬਦਲ ਗਿਆ, ਵਾਤਾਵਰਣ ਬਦਲ ਗਿਆ। ਜਦੋਂ ਤੁਸੀਂ ਨਵੇਂ ਕਿਸੇ ਪਰਿਵਾਰ ਚ ਆਉਂਦੇ ਹੋ ਉਦੋਂ ਤੁਹਾਨੂੰ ਵੀ ਚਾਹ ਤੇ ਅਗਲਿਆਂ ਨੂੰ ਵੀ। ਫਿਰ ਹੌਲੀ ਹੌਲੀ ਇੱਕ ਤਾਂ ਇਹ ਹੁੰਦਾ ਕਿ ਤੁਹਾਡੇ ਸੁਭਾਅ ਇੱਕ ਦੂਜੇ ਦੇ ਸਾਹਮਣੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਹਰ ਚੀਜ਼ ਤੁਹਾਨੂੰ ਇੱਕ ਦੂਜੇ ਦੀ ਪਸੰਦ ਨਹੀਂ ਆਉਂਦੀ ਤੇ ਇਹਦੇ ਚ ਕੋਈ ਸ਼ੱਕ ਵੀ ਨਹੀਂ ਤੇ ਦੋ ਰਾਏ ਵੀ ਨਹੀਂ, ਕਿਉਂਕਿ ਦੋ ਜਿਹੜੇ ਇਨਸਾਨ ਨੇ ਵੱਖ-ਵੱਖ ਮਾਹੌਲ ਚ ਪਲੇ ਨੇ, ਵੱਖ-ਵੱਖ ਉਹਨਾਂ ਦੀਆਂ ਆਦਤਾਂ, ਵੱਖ-ਵੱਖ ਉਹਨਾਂ ਦੇ ਜੀਨਸ, ਤੇ ਉਹਨਾਂ ਨੇ ਜਦੋਂ ਇਕੱਠਿਆਂ ਇੱਕ ਛੱਤ ਥੱਲੇ ਰਹਿਣਾ, ਕਹਿੰਦੇ ਨੇ ਦੋ ਭਾਂਡੇ ਹੁਣ ਖੜਕਦੇ ਨੇ। ਬੜੇ ਮੈਂ ਰਿਸ਼ਤੇ ਅਜਿਹੇ ਵੀ ਵੇਖੇ ਨੇ ਕਿ ਜਦੋਂ ਪਰਿਵਾਰਾਂ ਦੇ ਵਿੱਚ ਨਵੇਂ ਰਿਸ਼ਤੇ ਜੁੜਦੇ, ਇੱਕ ਨਾ ਸਿਆਣੇ ਜਦੋਂ ਗੱਲਾਂ ਕਰਦੇ ਹੁੰਦੇ ਸੀ, ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਹੁੰਦਾ ਸੀ, ਇੱਕ ਬੋਲੀ ਪਾਉਂਦੇ ਹੁੰਦੇ ਸੀ ਕਿ ਸੱਸ ਨਾ ਸਲਾਈਏ ਕਦੇ ਨਿੰਦਣੀ ਪਊਗੀ। ਉਹਨਾਂ ਦਾ ਮਕਸਦ ਇਹ ਹੁੰਦਾ ਸੀ ਕਿ ਜਦੋਂ ਕੁੜੀਆਂ ਨਵੀਆਂ ਸਹੁਰੇ ਪਰਿਵਾਰ ਤੋਂ ਆ ਕੇ ਤੇ ਦੱਸਦੀਆਂ ਨੇ ਨਹੀਂ ਮੇਰੀ ਸੱਸ ਬੜੀ ਚੰਗੀ, ਮੇਰੀ ਨਨਾਣ ਬੜੀ ਚੰਗੀ, ਕਿ ਸਿਫਤਾਂ ਕਰਦੀਆਂ ਨੇ, ਤੇ ਫਿਰ ਉਹੀ ਸਾਲ 2 ਸਾਲ 4 ਸਾਲ 5 ਸਾਲ ਲੰਘਣ ਤੋਂ ਬਾਅਦ ਜਦੋਂ ਉਹ ਉਹਨਾਂ ਦੀਆਂ ਬੁਰਾਈਆਂ ਕਰਦੀ ਹੈ ਤੇ ਫਿਰ ਉਹ ਸਿਆਣੇ ਕਹਿੰਦੇ ਨੇ ਕਿ ਪਹਿਲਾਂ ਤੂੰ ਉਹਨਾਂ ਦੀਆਂ ਸਿਫਤਾਂ ਕਰਦੀ ਸੀ, ਹੁਣ ਤੂੰ ਉਹਨਾਂ ਦੇ ਖਿਲਾਫ ਬੋਲ ਰਹੀ ਆ। ਅਸਲ ਦੇ ਵਿੱਚ ਗੱਲ ਸਿਰਫ ਉੱਥੇ ਆਉਂਦੀ ਹੈ ਕਿ
ਤੁਹਾਨੂੰ ਮਾਹੌਲ ਦੇ ਅਨੁਸਾਰ ਆਪਣੇ ਆਪ ਨੂੰ ਵੀ ਢਾਲਣਾ ਪਏਗਾ। ਬਿਲਕੁਲ। ਪਰ ਇਹ ਅਗਲੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਕੁੜੀ ਨੂੰ ਅਪਣਾਉਣ ਵੀ, ਬਿਲਕੁਲ ਸਹੀ ਗੱਲ ਹੈ ਕਿ ਆਪਣੇ ਹਿਸਾਬ ਨਾਲ ਢਲਣ ਦਾ ਉਹਨੂੰ ਮੌਕਾ ਵੀ ਦੇਣ ਤੇ ਕੋਸ਼ਿਸ਼ ਕਰਨ ਉਹ ਵੀ ਕਿ ਉਹਦੇ ਨਾਲ ਥੋੜਾ ਥੋੜਾ ਤੁਸੀਂ ਸਿਮਿਲਰ, ਥੋੜਾ ਜਿਹਾ ਉਹ ਬਦਲਣ ਤੇ ਥੋੜਾ ਜਿਹਾ ਉਹ ਬਦਲੇ ਤੇ ਫੇਰ ਹੀ ਜਿਹੜੀ ਆ ਉਹ ਗੱਡੀ ਤੁਰਦੀ ਆ ਨਾ। ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਕਿ ਜਦੋਂ ਪਰਿਵਾਰਾਂ ਦੇ ਵਿੱਚ ਕੁੜੀ ਵਿਆਹ ਕੇ ਆਉਂਦੀ ਆ ਹਨਾ, ਹਾਂ ਪਹਿਲਾਂ ਪਹਿਲਾਂ ਬੜੇ ਚਾਅ ਮਲਹਾਰ ਵੀ ਕਰਦੇ ਨੇ ਲੋਕ, ਪਰ ਫੇਰ ਕੀ ਹੁੰਦਾ ਇੱਕ ਸਮਾਂ ਐਸਾ ਆਉਂਦਾ ਹੈ ਕਿ ਜਦੋਂ ਸਾਰੇ ਪਰਿਵਾਰਾਂ ਦੀ ਗੱਲ ਨਹੀਂ ਕਰਦੀ ਹੈ ਕਿ ਬਹੁਤ ਚੰਗੇ ਪਰਿਵਾਰ ਵੀ ਹੈਗੇ ਨੇ, ਪਰ ਕਿਤੇ ਕਿਤੇ ਕੀ ਹੁੰਦਾ ਹੈ ਕਿ ਸੱਸਾਂ ਜਾਂ ਨਨਾਨਾ ਘਰ ਦੇ ਕੰਮ ਤੋਂ ਛੁੱਟੀ ਲੈ ਲੈਂਦੀਆਂ ਨੇ ਕਿ ਮਾਂ ਵੀ ਕਹਿਣ ਲੱਗ ਜਾਂਦੀ ਹੈ ਕਿ ਹੁਣ ਤਾਂ ਮੈਂ ਪੁੱਤ ਵਿਆਹ ਲਿਆ, ਹੁਣ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਨੂੰਹ ਦੀ ਆ ਹਨਾ। ਫਿਰ ਧੀ ਹਾਂ ਜੇ ਜਾਂਦੀ ਬਾਹਰ ਜਾਂਦੀ ਆ ਕੰਮ ਕਰਨ ਜਾਂ ਪੜਨ ਵੀ ਉਹਦਾ ਉਹੀ ਕੰਮ ਆ। ਹੁਣ ਹਾਲਾਂਕਿ ਵਿਆਹ ਤੋਂ ਪਹਿਲਾਂ ਧੀ ਕੰਮ ਕਰਦੀ ਆ ਘਰ ਦੇ, ਅਸੀਂ ਹੀ ਕਰਦੇ ਸੀ ਆਪਣੇ ਘਰਾਂ ਦੇ ਵਿੱਚ ਕੰਮ, ਫਿਰ ਜਦੋਂ ਘਰ ਦੇ ਵਿੱਚ ਨੂੰਹ ਆ ਗਈ ਜਾਂ ਭਰਜਾਈ ਆ ਗਈ ਤੇ ਫਿਰ ਉਹ ਕੰਮ ਕਰਨ ਤੋਂ ਅਸੀਂ ਪਿੱਛੇ ਹੋ ਜਾਂਦੇ ਕਿ ਨਹੀਂ ਹੁਣ ਤਾਂ ਭਾਬੀ ਆ ਗਈ, ਹੁਣ ਨਹੀਂ ਅਸੀਂ ਕਰਨਾ ਹੈਗਾ। ਮੈਨੂੰ ਲੱਗਦਾ ਉਹ ਬਹੁਤ ਜ਼ਰੂਰੀ ਹੈ ਕਿ ਜੇ ਅਸੀਂ ਸਗੋਂ ਇਹ ਨਹੀਂ ਸੋਚਦੇ ਹੈਗੇ ਕਿ ਹੁਣ ਕੰਮ ਵੰਡਿਆ ਗਿਆ, ਹੁਣ ਮੈਂ ਥੋੜਾ ਕਰ ਲਵਾਂ ਹਨਾ, ਫਿਰ ਉਹਦੇ ਤੇ ਵੀ ਬਰਡਨ ਘੱਟ ਹੋਊਗਾ ਕੁੜੀ ਦੇ ਉੱਤੇ, ਨੂੰਹ ਤੇ ਵੀ ਹਨਾ। ਤੇ ਜੇ ਉਹ ਕੰਮ 3 ਜਾਣੀਆਂ 'ਚ ਵੰਡਿਆ ਜਾਵੇ ਤੇ ਕਿੰਨੀ ਸੌਖੀ ਜ਼ਿੰਦਗੀ ਹੋ ਜਾਊਗੀ ਕਿ ਤਿੰਨਾਂ ਦੇ ਵਿੱਚ ਵੰਡ ਕੇ ਕੰਮ ਕਰਨਾ ਤੇ ਕਿੱਥੇ ਉਹੀ ਕੰਮ ਸਾਰਾ ਇੱਕ ਜਾਣੀ ਨੇ ਕਰਨਾ। ਖੈਰ ਹੁਣ ਜਿਹੜੇ ਪਰਿਵਾਰਾਂ ਦੀ ਜਸਪ੍ਰੀਤ ਆਪਾਂ ਗੱਲ ਕਰਦੇ ਜਾਂ ਜਿਹੜੇ ਪਰਿਵਾਰਾਂ 'ਚ ਆਪਾਂ ਰਹਿੰਦੇ ਆ, ਕੱਲੀਆਂ ਔਰਤਾਂ ਦੇ ਵਿੱਚ ਨਹੀਂ, ਮੁੰਡੇ ਵੀ ਬਰਾਬਰ ਨਾਲ ਹੈਲਪ ਕਰਦੇ ਨੇ, ਕਿਉਂਕਿ ਜੇ ਤੁਸੀਂ ਬਾਹਰ ਦੇ ਕੰਮ ਔਰਤਾਂ ਬਰਾਬਰ ਤੁਹਾਡੇ ਨਾਲ ਕਰਦੀਆਂ ਨੇ ਤੇ ਜ਼ਾਹਿਰ ਜੀ ਗੱਲ ਹੈ ਕਿ ਘਰਾਂ ਦੇ ਕੰਮ ਵੀ ਅਸੀਂ ਰਲ ਕੇ ਹੀ ਕਰਨੇ ਨੇ ਜੀ। ਸੋ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਆ ਕਿ ਭਾਵੇਂ ਤੁਹਾਡੀ ਕੁੜੀ ਹੈ ਜਾਂ ਮੁੰਡਾ ਜੀ, ਜੇ ਅਸੀਂ ਕਹਿੰਦੇ ਨੇ ਕਿ ਕੁੜੀਆਂ ਨੂੰ ਘਰ ਦੇ ਕੰਮ ਸਿਖਾਉਣੇ ਚਾਹੀਦੇ ਨੇ ਤਾਂ ਕਿ ਉਹ ਅੱਗੇ ਜਾ ਕੇ ਤੇ ਸਹੁਰੇ ਘਰ ਜਾ ਕੇ ਪਰੇਸ਼ਾਨ ਨਾ ਹੋਣ, ਤੇ ਕੰਮ ਮੁੰਡਿਆਂ ਨੂੰ ਵੀ ਸਾਨੂੰ ਸਿਖਾਉਣੇ ਪੈਣਗੇ, ਬਰਾਬਰ ਸਿਖਾਉਣੇ ਪੈਣਗੇ, ਸਮੇਂ ਦੀ ਮੰਗ ਹੈ ਜੀ। ਬਿਲਕੁਲ, ਤਾਂ ਕਿ ਜਿਹੜੀ ਅਗਲੀ ਧੀ ਤੁਸੀਂ ਵਿਆਹ ਕੇ ਲਿਆਉਣੀ ਹੈ, ਤੁਹਾਡੇ ਮੁੰਡੇ ਦੇ ਨਾਲ ਵਿਆਹੀ ਜਾਣੀ ਹੈ, ਉਹਨੂੰ ਕੋਈ ਪਰੇਸ਼ਾਨੀ ਨਾ ਹੋਏ। ਸੋ ਸਾਰੇ ਪਾਸੇ ਹਾਂ ਗੱਲ ਇਹ ਹੈ ਕਿ ਉਹਨੂੰ ਵੀ ਪਰੇਸ਼ਾਨੀ ਨਾ ਹੋਵੇ। ਮੈਨੂੰ ਲੱਗਦਾ ਹੈ ਕਿ ਇਹ ਵੀ ਜ਼ਰੂਰੀ ਹੈ ਕਿ ਮੁੰਡੇ ਨੂੰ ਵੀ ਅੱਗੇ ਚੱਲ ਕੇ ਪਰੇਸ਼ਾਨੀ ਨਾ ਹੋਵੇ ਹਨਾ, ਕਿਉਂਕਿ ਹੁਣ ਜੇ ਅਸੀਂ ਆਪਣੀ ਗੱਲ ਕਰੀਏ, ਚਲੋ ਹੁਣ ਤਾਂ ਜਿਹੜੇ ਅੱਗੇ ਬੱਚੇ ਨੇ ਉਹਨਾਂ ਨੇ ਤਾਂ ਡੈਫੀਨਿਟਲੀ ਕਿਤੇ ਨਾ ਕਿਤੇ ਜਾਣਾ ਆ। ਹੁਣ ਜੇ ਅਸੀਂ ਆਪਣੀਆਂ ਗੱਲਾਂ ਕਰੀਏ ਤੇ ਜੇ ਤਾਂ ਅਸੀਂ ਪਿੱਛੋਂ ਆਏ ਆ ਜਿੱਦਾਂ ਪੰਜਾਬ ਤੋਂ, ਜੇ ਵਿਆਹ ਕੇ ਆਏ ਆ ਤੇ ਚਲੋ ਪਰਿਵਾਰ ਇਕੱਠਾ ਆ ਗਿਆ, ਜਿੱਦਾਂ ਮੁੰਡਾ ਵਿਆਹ ਕੇ ਆਇਆ ਕੁੜੀ ਨਾਲ ਆ ਗਈ, ਪਰ ਕਈ ਮੁੰਡੇ ਜਿਹੜੇ ਆਪ ਵੀ ਤਾਂ ਆਉਂਦੇ ਨੇ ਇਕੱਲੇ, ਜਿਹੜੇ ਜਿੱਦਾਂ ਸਟੂਡੈਂਟ ਵੀਜ਼ੇ ਤੇ ਪਹਿਲਾਂ ਹੁਣ ਵੀ ਆਉਂਦੇ ਨੇ ਬੱਚੇ ਜਿਹੜੇ ਆਉਂਦੇ ਸੀ, ਤੇ ਮੁੰਡਾ ਆ ਕੇ ਇੱਥੇ ਜਦੋਂ ਫਿਰ ਦੂਜਿਆਂ ਦੇ ਮੂੰਹਾਂ ਵਾਲੀਆਂ ਹੱਥਾਂ ਵੱਲ ਦੇਖਣਾ ਪੈਂਦਾ ਕਿ ਇੱਥੇ ਤੇ ਕੋਈ ਬੈਠਾ ਨਹੀਂ, ਮਾਂ ਤੇ ਕੋਈ ਬੈਠੀ ਨਹੀਂ ਜਿਹਨੇ ਪਕਾ ਕੇ ਖਵਾਉਣੀਆਂ ਹਨਾ। ਸੋ ਕੰਮ ਸਿਖਾਉਣਾ ਬਹੁਤ ਜ਼ਰੂਰੀ ਹੈ, ਭਾਵੇਂ ਉਹ ਕੁੜੀ ਆ ਕੋਈ ਮੁੰਡਾ ਹੈ, ਕਿ ਸਮਾਂ ਪਤਾ ਨਹੀਂ ਕਿਵੇਂ ਦਾ ਕਿਹਦੇ ਸਿਰ ਤੇ ਪੈ ਜਾਣਾ, ਕਿ ਬੱਚਾ ਆਪਣੇ ਨਿਰਭਰ ਹੋਵੇ ਕਿ ਮੈਂ ਸਾਰਾ ਕੁਝ ਕਰ ਸਕਦਾ ਹਾਂ ਹਨਾ। ਘੱਟੋ ਘੱਟ ਆਪ ਬਣਾ ਕੇ ਖਾ ਸਕੇ, ਭੁੱਖਾ ਨਾ ਰਹੇ। ਇੱਥੇ ਵੈਸੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਤੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕੁੜੀਆਂ ਨੇ ਜਾਂ ਮੁੰਡੇ ਨੇ, ਉਹਨਾਂ ਨੂੰ ਸੈਲਫ ਡਿਪੈਂਡੈਂਟ ਹੋਣ ਦੇ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਵੇਂ ਸਰਵਾਈਵ ਕਰਨਾ ਹੈ, ਕਿਵੇਂ ਆਪਣੇ ਆਪ ਦਾ ਖਿਆਲ ਰੱਖਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਸੀ ਜਿੰਨੀਆਂ ਮਰਜ਼ੀ ਲੰਬੀ ਗੱਲ ਕਰ ਲਈਏ, ਪਰ ਖੈਰ ਉਹ ਸਮੇਂ ਜਿਹੜੇ ਨੇ ਹੁਣ ਗੁਜ਼ਰ ਗਏ ਨੇ। ਜਦੋਂ ਜੇ ਮੁੰਡਾ ਕੰਮ ਕਰਾਉਂਦਾ ਹੁੰਦਾ ਸੀ ਘਰ ਦੀ ਦੇ ਨਾਲ ਤੇ ਕਹਿੰਦੇ ਹੁੰਦੇ ਸੀ ਕਿ ਬੁੱਢੀ ਦੇ ਥੱਲੇ ਲੱਗਿਆ। ਸੋ ਉਹ ਗੱਲਾਂ ਮੈਨੂੰ ਲੱਗਦਾ ਹੁਣ ਪੁਰਾਣੇ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਨੇ। ਇਸ ਸੋਚ ਨੂੰ ਸਾਨੂੰ ਆਪਣੇ ਦਿਮਾਗ 'ਚੋਂ ਮਨਫੀ ਕਰਨਾ ਪੈਣਾ ਹੈ ਕਿ ਜੇ ਅਸੀਂ ਕਹਿਣ ਨੂੰ ਕਹਿੰਦੇ ਆ ਕਿ ਕੁੜੀਆਂ ਮੁੰਡੇ ਬਰਾਬਰ ਨੇ, ਤੇ ਸਾਨੂੰ ਉਸ ਬਰਾਬਰਤਾ ਨੂੰ ਆਪਣੇ ਐਕਸ਼ਨਸ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਇਹ ਸਿਰਫ ਸ਼ਬਦਾਂ ਦੇ ਵਿੱਚ ਕਹਿਣ ਨਾਲ ਗੱਲ ਨਹੀਂ ਬਣਨੀ ਹੈਗੀ, ਸਾਨੂੰ ਬਰਾਬਰ ਦਿਖਾਉਣਾ ਪੈਣਾ ਆ, ਕੁੜੀ ਨੂੰ ਦੱਸਣਾ ਪੈਣਾ ਕਿ ਨਹੀਂ ਮੈਂ ਤੇਰੇ ਬਰਾਬਰ ਹੀ ਖੜਾ ਆ, ਜਾਂ ਕੁੜੀ ਕਵੇ ਕਿ ਮੈਂ ਤੇਰੇ ਬਰਾਬਰ ਹੀ ਆ, ਮੈਂ ਬਾਹਰ ਵੀ ਜਾ ਸਕਦੀ ਹਾਂ ਤੇ ਘਰ ਦੇ ਕੰਮ ਵੀ ਕਰ ਸਕਦੀ ਹਾਂ ਜੀ। ਮੈਨੂੰ ਲੱਗਦਾ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਕੁਝ ਮੁਹੱਬਤ ਦੇ ਬੋਲ ਸਾਂਝੇ ਕਰਕੇ ਜੇ ਦੋਵੇਂ ਜੀ ਇਕੱਠਿਆਂ ਕੰਮ ਕਰਦੇ ਤੁਰੇ ਜਾਂਦੇ ਨੇ, ਕਮਾਈ ਵੀ ਇਕੱਠਿਆਂ ਕਰਦੇ ਨੇ ਤੇ ਘਰ ਦੇ ਕੰਮਕਾਰ ਵੀ ਇਕੱਠਿਆਂ ਰਲ ਕੇ ਸਾਂਭਦੇ ਨੇ, ਤੇ ਰਿਸ਼ਤਿਆਂ ਦੀ ਖੂਬਸੂਰਤੀ ਬਰਕਰਾਰ ਰਹਿ ਸਕਦੀ ਹੈ, ਰਹਿੰਦੀ ਵੀ ਹੈ। ਬੜੇ ਪਰਿਵਾਰ ਨੇ ਅਸੀਂ ਵੇਖਦੇ ਹਾਂ ਜਿਨ੍ਹਾਂ ਵੱਲ ਵੇਖ ਕੇ ਇਨਸਪੀਰੇਸ਼ਨ ਮਿਲਦੀ ਆ। ਤੇ ਮੇਰੇ ਖਿਆਲ ਹੈ ਕਿ ਅਸੀਂ ਹੁਣ ਇਜਾਜ਼ਤ ਲਈਏ ਤੇ ਦੁਆ ਕਰਦੇ ਹਾਂ ਕਿ ਸਾਡੇ ਜਿਹੜੇ ਵੇਖਣ ਸੁਣਨ ਵਾਲੇ ਨੇ ਸਾਰੇ ਆਪਣੇ ਆਪਣੇ ਰਿਸ਼ਤਿਆਂ ਦੇ ਵਿੱਚ ਸੁਖਾਲੇ ਜ਼ਰੂਰ ਹੋਣਗੇ। ਜੇਕਰ ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ, ਕੋਈ ਪਰੇਸ਼ਾਨੀ ਚੱਲ ਰਹੀ ਹੈ, ਤੇ ਮੈਨੂੰ ਨਹੀਂ ਲੱਗਦਾ ਇਸ ਦੇ ਵਿੱਚ ਕੋਈ ਗਲਤੀ ਹੋਏਗੀ ਸਾਡੀ, ਜੇਕਰ ਅਸੀਂ ਬੈਠ ਕੇ ਵਿਚਾਰ ਕਰੀਏ, ਉਸ ਚੀਜ਼ ਨੂੰ ਕੰਸੀਡਰ ਕਰੀਏ ਕਿ ਜੇ ਇਸ ਰਿਸ਼ਤੇ ਦੇ ਵਿੱਚ ਕੁੜੱਤਣ ਆ ਰਹੀ ਹੈ, ਕਿਉਂ ਆ ਰਹੀ ਹੈ, ਕਿਵੇਂ ਇਸ ਨੂੰ ਵਿਚਾਰਿਆ ਜਾ ਸਕਦਾ। ਤੇ ਹਾਂ,
ਦੋਵੇਂ ਪੱਖ ਵਿਚਾਰ ਲੈਣੇ ਚਾਹੀਦੇ ਨੇ ਤੇ ਦੋਨਾਂ ਪਾਸਿਆਂ ਤੋਂ ਜੇਕਰ ਥੋੜੀ ਥੋੜੀ ਸੁਲ੍ਹਾ ਦੀ ਕੋਸ਼ਿਸ਼ ਕੀਤੀ ਜਾਏ, ਥੋੜੀ ਥੋੜੀ ਉਸ ਚੀਜ਼ ਨੂੰ ਸੋਝਣ ਦੀ ਕੋਸ਼ਿਸ਼ ਕੀਤੀ ਜਾਏ ਤੇ ਜ਼ਰੂਰ ਮੈਨੂੰ ਲੱਗਦਾ ਹੈ ਕਿ ਉਹ ਸੁਲਝਾ ਲਈ ਜਾ ਸਕਦੀ ਹੈ। ਤੇ ਅਸੀਂ ਇੱਥੇ ਹੀ ਇਜਾਜ਼ਤ ਜੀ ਬਿਲਕੁਲ, ਨਾਲ ਨਾਲ ਆਪਣੇ ਆਪ ਨੂੰ ਸਮਾਂ ਦੇਣਾ ਨਾ ਭੁੱਲਿਆ ਕਰੋ। ਇੱਕ ਦੂਸਰੇ ਨਾਲ ਵਿਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਹੈ, ਪਰ ਕਦੇ ਕਦੇ ਜਿਹੜੀ ਸੈਲਫ ਟਾਕ ਹੈ ਨਾ ਉਹ ਬਹੁਤ ਜ਼ਰੂਰੀ ਹੈ। ਆਪਣੇ ਆਪ ਨਾਲ ਗੱਲਬਾਤ ਕਰਿਆ ਕਰੋ। ਥੋੜਾ ਜਿਹਾ ਸਮਾਂ ਹਫਤੇ ਦੇ ਵਿੱਚ ਇੱਕ ਵਾਰੀ ਆਪਣੇ ਆਪ ਨੂੰ ਜ਼ਰੂਰ ਦੇਣਾ ਚਾਹੀਦਾ ਆ ਕਿ ਐਟਲੀਸਟ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗੇ ਕਿ ਮੈਨੂੰ ਕੀ ਜ਼ਰੂਰਤ ਹੈ, ਮੇਰੀ ਨੀਡ ਕੀ ਹੈ, ਕਿ ਮੈਨੂੰ ਕੀ ਚਾਹੀਦਾ ਆਪਣੀ ਖੁਸ਼ੀ ਦੇ ਲਈ। ਤੇ ਕਿਉਂਕਿ ਜੇ ਅਸੀਂ ਆਪ ਖੁਸ਼ ਹਾਂ ਫਿਰ ਹੀ ਅਸੀਂ ਦੂਸਰਿਆਂ ਨੂੰ ਖੁਸ਼ ਰੱਖ ਸਕਦੇ ਹਾਂ। ਬਿਲਕੁਲ। ਸੋ 100 ਹੱਥ ਰੱਸਾ ਤੇ ਸਿਰੇ ਤੇ ਗੰਢ ਕਿ ਆਪਣੀ ਖੁਸ਼ੀ ਤੋਂ ਬਾਅਦ ਹੀ ਅਸੀਂ ਬਾਕੀਆਂ ਦੀ ਖੁਸ਼ੀ ਦਾ ਕਾਰਨ ਬਣ ਸਕਾਂਗੇ। ਜੇਕਰ ਸਾਡਾ ਮਨ ਖੁਸ਼ ਨਹੀਂ ਤੇ ਅਸੀਂ ਬਾਕੀਆਂ ਨੂੰ ਖੁਸ਼ ਨਹੀਂ ਰੱਖ ਸਕਾਂਗੇ। ਬਹੁਤ ਮੋਹ ਤੇ ਬਹੁਤ ਸਾਰਾ ਪਿਆਰ ਤੇ ਧੰਨਵਾਦ।